ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗ ਹੋ ਜੁਗ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੇ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਇਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਨੇ ਕਿਰਪਾ ਕੀਤੀ ਹੈ ਇਹਨਾਂ ਪਾਵਨ ਦੀਵਾਨਾਂ ਅੰਦਰ ਸੰਸਾਰ ਦੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਆਪਣੇ ਅੰਮ੍ਰਿਤ ਗੋਦ ਦਾ ਆਨੰਦ ਮਾਣਨ ਦਾ ਇਹ ਸੋਹਣਾ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੀ ਅੰਮ੍ਰਿਤਮਈ ਬਾਣੀ, ਪਾਵਨ ਜਪ ਬਾਣੀ ਦੀ ਵਿਚਾਰ ਆਪ ਇਹਨਾਂ ਦੀਵਾਨਾਂ ਵਿੱਚ ਬੜੇ ਪਿਆਰ ਇਕਾਗਰਤਾ ਨਾਲ ਸਰਵਨ ਕਰ ਰਹੇ ਹੋ। ਆਓ ਜਿੱਥੇ ਬੜੇ ਪਿਆਰ ਨਾਲ ਅੰਮ੍ਰਿਤ ਬਾਣੀ ਦੇ ਕੀਰਤਨ ਦੇ ਨਾਲ ਆਪ ਮਨੋਬਿਰਤੀਆਂ ਜੋੜ ਬੈਠੇ ਸੋ, ਉੱਥੇ ਆਪਣੇ ਮਨ ਨੂੰ ਇਕਾਗਰ ਚਿੱਤ ਕਰਕੇ ਅੰਮ੍ਰਿਤਮਈ ਬਾਣੀ ਨੂੰ ਸਮਝਣ ਦਾ ਯਤਨ ਕਰੀਏ। ਆਪ ਜਿਤਨੇ ਤਨ ਗੁਰੂ ਹਜ਼ੂਰੀ ਵਿੱਚ ਜੁੜ ਬੈਠੇ ਹੋ, ਕਰੋ ਕਿਰਪਾ ਸਾਧ ਸੰਗਤ। ਅੰਮ੍ਰਿਤਮਈ ਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਜਪ ਬਾਣੀ ਦੀ ਵਿਚਾਰ ਦੇ ਅੰਦਰ ਉਸ ਕਰਤੇ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਨਾਲ ਜੁੜਨ ਦੇ ਲਈ ਸਾਨੂੰ ਸਚਿਆਰ ਬਣਨ ਦੀ ਜੁਗਤ ਇਸ ਬਾਣੀ ਦੇ ਰਾਹੀਂ ਸਤਿਗੁਰ ਬਖਸ਼ਿਸ਼ ਕਰ ਰਹੇ ਨੇ। ਸਚਿਆਰ ਬਣਨਾ ਇਹ ਹਰ ਇੱਕ ਜੀਵਨ ਦੀ, ਹਰ ਇੱਕ ਮਨੁੱਖ ਦੀ ਰਿਸਪੌਂਸਿਬਿਲਟੀ ਹੈ, ਕਿਉਂਕਿ ਇਸ ਕੁਦਰਤ ਦੇ ਅੰਦਰ, ਰੱਬ ਦੀ ਬਣਾਈ ਇਸ ਕਾਇਨਾਤ ਦੇ ਅੰਦਰ ਜੇ ਕਰਤੇ ਦਾ ਰੂਪ ਹੋਣਾ ਹੈ, ਜੇ ਪਰਮਾਤਮਾ ਨਾਲ ਜੁੜਨਾ ਹੈ, ਤੇ ਉਹਦਾ ਸਵਰੂਪ ਹੈ ਸਤਿਨਾਮ। ਉਹ ਪਰਮਾਤਮਾ ਸਦਾ ਹਾਜ਼ਰ ਨਾਜ਼ਰ ਹੈ ਤੇ ਸਦਾ ਹੋਂਦ ਵਾਲਾ ਹੈ। ਉਹਦੇ ਚਰਨਾਂ ਦੇ ਅੰਦਰ ਕਦੇ ਝੂਠ ਪ੍ਰਵਾਨ ਨਹੀਂ ਹੁੰਦਾ। ਉੱਥੇ ਸਿਰਫ ਸੱਚ ਹੀ ਹੈ ਜਿਹੜਾ ਓੜਕ ਨਿਬੜਦਾ ਹੈ। ਇਸ ਕਰਕੇ ਸਤਿਗੁਰ ਕਹਿੰਦੇ ਨੇ ਸਚਿਆਰ ਬਣ। ਤੇ ਸਚਿਆਰ ਬਣਨ ਲਈ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਸਭ ਕਹਿੰਦੇ ਨੇ ਇਹ ਹਰ ਇੱਕ ਬੰਦੇ ਦੇ ਅੰਦਰ ਸੰਭਾਵਨਾ ਹੈ ਕਿ ਉਹ ਰੱਬੀ ਤੇ ਦੈਵੀ ਗੁਣਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਏ। ਉਹ ਆਪਣੇ ਅੰਦਰ ਸਤ, ਧਰਮ, ਦਇਆ, ਸੰਤੋਖ ਤੇ ਧੀਰਜ ਵਰਗੇ ਗੁਣ ਲੈ ਕੇ ਆਏ। ਇਹ ਗੁਣ ਹੀ ਉਹਨੂੰ ਸਚਿਆਰਤਾ ਦੇ ਇਸ ਮੁਕਾਮ ਤੱਕ ਲੈ ਕੇ ਜਾਣਗੇ। ਇਹਨਾਂ ਨੂੰ ਸਤਿਗੁਰ ਨੇ ਬਾਣੀ ਦੇ ਅੰਦਰ ਦੈਵੀ ਗੁਣ ਆਖਿਆ, ਜਾਂ ਉਹ ਗੁਣ ਜਿਨ੍ਹਾਂ ਗੁਣਾਂ ਨੂੰ ਧਾਰਨ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਉਸ ਜੋਤ ਦੇ ਵਿੱਚ ਮਿਲ ਕੇ ਜੋਤ ਸਵਰੂਪ ਹੋ ਸਕਣਾ ਹੈ। ਜਿਵੇਂ ਭੱਟ ਜੀ ਕਹਿੰਦੇ ਨੇ ਨਾ ਵੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ,
ਤਾਂ ਤੇ ਅੰਗਦ ਭਇਓ, ਤਤ ਸਿਓ ਤਤ ਮਿਲਾਇਓ। ਅੰਗਦ ਕਿਰਪਾ ਧਾਰ, ਅਮਰ ਸਤਿਗੁਰ ਤਿਰ ਕੀਓ। ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ। ਗੁਰ ਰਾਮਦਾਸ ਦਰਸ਼ਨ ਪਰਸ਼ ਕਹਿ ਮਥੁਰਾ ਅੰਮ੍ਰਿਤ ਬੈਨ। ਮੂਰਤ ਪੰਚ ਪ੍ਰਮਾਨ ਪੁਰਖ ਗੁਰ ਅਰਜਨ ਪੇਖੋ ਨੈਨ। ਕਿ ਮੇਰੇ ਸਤਿਗੁਰ ਨੇ ਕਿਰਪਾ ਕੀਤੀ, ਲੈਣੇ ਨੂੰ ਸੱਚ ਸਵਰੂਪ ਬਣਾ ਕੇ ਅੰਗਦ ਬਣਾ ਕੇ ਥਾਪਿਆ। ਭਾਈ ਅਮਰੂ ਨੂੰ ਸੱਚ ਦੀ ਪ੍ਰਤੀਤ ਕਰਾ ਕੇ ਗੁਰੂ ਅਮਰਦਾਸ ਬਣਾ ਕੇ ਥਾਪਿਆ। ਖਿਆਲ ਕਰਿਓ, ਸੰਭਾਵਨਾ ਹਰ ਇੱਕ ਦੇ ਅੰਦਰ ਹੈ। ਐਸਾ ਨਹੀਂ ਹੈ ਵੀ ਇਹ ਸੰਭਾਵਨਾ ਕਿਸੇ ਵਿਰਲੇ ਮਨੁੱਖ ਦੇ ਅੰਦਰ ਹੈ। ਸਤਿਗੁਰ ਦੀ ਕਿਰਪਾ ਦਾ ਪਾਤਰ ਕੋਈ ਵੀ ਬਣ ਸਕਦਾ ਹੈ। ਚੇਤੇ ਰੱਖੋ, ਸਾਧ ਸੰਗਤ ਬੰਦੇ ਦੇ ਸਾਹਮਣੇ ਪਾਣੀ ਦਾ ਗਿਲਾਸ ਪਿਆ ਹੋਵੇ ਔਰ ਮਨੁੱਖ ਨੂੰ ਅੱਤ ਦੀ ਪਿਆਸ ਲੱਗੀ ਹੋਵੇ ਤੇ ਉਹ ਮਨੁੱਖ ਇਹ ਆਖੇ ਵੀ ਨਹੀਂ, ਇਹ ਪਾਣੀ ਦਾ ਗਿਲਾਸ ਕੋਈ ਮੇਰੇ ਮੂੰਹ ਨੂੰ ਲਾ ਦੇ ਤੇ ਮੇਰੀ ਪਿਆਸ ਬੁੱਝ ਜਾਏਗੀ, ਜਾਂ ਇਹ ਪਾਣੀ ਦਾ ਗਿਲਾਸ ਕੋਈ ਦੂਜਾ ਪੀ ਲਏ ਤੇ ਮੇਰੀ ਪਿਆਸ ਬੁੱਝ ਜਾਏਗੀ। ਇਹ ਪਾਣੀ ਦਾ ਗਿਲਾਸ ਮੈਨੂੰ ਆਪਣੇ ਆਪ ਚੁੱਕਣਾ ਪੈਣਾ ਹੈ, ਮੈਨੂੰ ਆਪਣੀ ਮੂੰਹ ਨਾਲ ਲਾਣਾ ਪੈਣਾ ਹੈ। ਇਹਦੇ ਅੰਦਰ ਪਏ ਹੋਏ ਪਾਣੀ ਨੂੰ ਮੈਨੂੰ ਪੀਣਾ ਪੈਣਾ, ਤਾਂ ਮੇਰੀ ਪਿਆਸ ਬੁਝੇਗੀ। ਤਾਂ ਹੀ ਸਤਿਗੁਰ ਕਹਿੰਦੇ ਨੇ, ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਪਰ ਇਹ ਸੱਚ ਹੈ ਸਾਧ ਸੰਗਤ, ਸਚਿਆਰ ਬਣਨ ਦੇ ਲਈ ਇਸ ਪਦਾਰਥ ਨੂੰ, ਨਾਮ ਰੂਪੀ ਭੋਜਨ ਨੂੰ ਖਾਣਾ ਵੀ ਪੈਣਾ ਤੇ ਪੁੰਚਣਾ ਵੀ ਪੈਣਾ। ਪਰ ਸਾਡੀ ਫਿਤਰਤ ਤੇ ਸਾਡਾ ਸੁਭਾਅ ਹੈ, ਅਸੀਂ ਇਸ ਨਾਮ ਰੂਪੀ ਭੋਜਨ ਨੂੰ ਪਹਿਲੀ ਗੱਲ ਤੇ ਆਪ ਛਕਣਾ ਹੀ ਨਹੀਂ ਚਾਹੁੰਦੇ। ਅਸੀਂ ਕਹਿੰਦੇ ਹਾਂ ਕੋਈ ਦੂਜਾ ਸਾਡੀ ਜਗ੍ਹਾ ਤੇ ਖਾ ਲਵੇ ਤੇ ਸਾਡੀ ਪਿਆਸ ਬੁੱਝ ਜਾਏ, ਸਾਡੀ ਭੁੱਖ ਮਿਟ ਜਾਏ। ਸਾਧ ਸੰਗਤ, ਦੂਜੇ ਦਾ ਖਾਧਾ ਹੋਇਆ ਕਦੀ ਮੇਰੇ ਤੱਕ ਨਹੀਂ ਪਹੁੰਚ ਸਕਦਾ। ਮੇਰੇ ਸਰੀਰ ਦੇ ਅੰਦਰ ਉਹੀ ਪਦਾਰਥ ਊਰਜਾ ਬਣੇਗਾ ਜਿਹੜਾ ਮੇਰੇ ਅੰਦਰ ਗਿਆ ਹੈ। ਜੇ ਮੈਂ ਇਹ ਆਖਾਂ ਵੀ ਮੈਂ ਮਾਇਆ ਦੇ ਕੇ ਦੂਜੇ ਕੋਲੋਂ ਪਾਠ ਕਰਾ ਲਵਾਂ ਤੇ ਉਹਦਾ ਫਲ ਮੈਨੂੰ ਮਿਲ ਜਾਏ, ਸਾਧ ਸੰਗਤ ਇਹ ਤੇ ਬਿਲਕੁਲ ਅਨਹੋਣੀ ਗੱਲ ਹੈ ਨਾ। ਜੇ ਆਪਣਾ ਖਾਧਾ, ਜੇ ਪਦਾਰਥ ਕਿਸੇ ਦੇ ਖਾਧੇ ਹੋਏ ਮੇਰੇ ਤੱਕ ਨਹੀਂ ਪਹੁੰਚ ਸਕਦੇ, ਜੇ ਕਿਸੇ ਦਾ ਪੀਤਾ ਪਾਣੀ ਮੇਰੀ ਪਿਆਸ ਨਹੀਂ ਬੁਝਾ ਸਕਦਾ, ਜੇ ਕਿਸੇ ਦਾ ਨਹਾਤਾ ਹੋਇਆ ਮੇਰੇ ਸਰੀਰ ਦੀ ਸਫਾਈ ਨਹੀਂ ਕਰ ਸਕਦਾ, ਤੇ ਫਿਰ ਸਾਧ ਸੰਗਤ ਜੀ ਕਿਸੇ ਦਾ ਕੀਤਾ ਹੋਇਆ ਪਾਠ, ਕਿਸੇ ਦੀ ਕੀਤੀ ਹੋਈ ਪੂਜਾ, ਕਿਸੇ ਦਾ ਜਪਿਆ ਹੋਇਆ ਨਾਮ, ਉਹ ਮੇਰੇ ਤੱਕ ਕਿਵੇਂ ਪਹੁੰਚ ਸਕਦਾ ਹੈ? ਉਹ ਮੈਨੂੰ ਕਿਵੇਂ ਸਵਾਰ ਸਕਦਾ ਹੈ ਅੰਦਰੋਂ? ਨਹੀਂ ਸਵਾਰ ਸਕਦਾ ਜਿੰਨੀ ਦੇਰ ਤੱਕ ਮੈਂ ਆਪ ਯਤਨ ਨਹੀਂ ਕਰਾਂਗਾ। ਅੱਜ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਕਿਰਪਾ ਕੀਤੀ ਹੈ, ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਜਪ ਬਾਣੀ ਦੇ ਅੰਦਰ। ਇਹ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਅੰਮ੍ਰਿਤਮਈ ਬਾਣੀ ਦੇ ਅੰਦਰੋਂ 24 ਨੰਬਰ ਪੌੜੀ ਹੈ ਸਾਧ ਸੰਗਤ। ਪਾਤਸ਼ਾਹ ਕਹਿੰਦੇ ਨੇ, ਅੰਤ ਨਾ ਸਿਫਤੀ ਕਹਿਨ ਨਾ ਅੰਤ। ਪਰਮਾਤਮਾ ਦੀਆਂ ਜਿਹੜੀਆਂ ਸਿਫਤਾਂ ਨੇ, ਵਡਿਆਈਆਂ ਨੇ, ਪਰਿਪੂਰਨ ਪਰਮਾਤਮਾ ਦੀਆਂ ਸਿਫਤਾਂ ਦਾ ਕੋਈ ਅੰਤ ਨਹੀਂ। ਅੰਤ ਨਾ ਸਿਫਤੀ ਕਹਿਨ ਨਾ ਅੰਤ। ਕਹਿਣ ਦਾ ਮਤਲਬ ਹੈ ਸਾਧ ਸੰਗਤ ਕਹਿਣ ਦੇ ਨਾਲ, ਦੱਸਣ ਦੇ ਨਾਲ, ਬੋਲਣ ਦੇ ਨਾਲ। ਜੇ ਮੈਂ ਪਰਮਾਤਮਾ ਦੀਆਂ ਸਿਫਤਾਂ ਬੋਲ ਬੋਲ ਕੇ ਬਿਆਨ ਕਰਾਂ, ਦੱਸਾਂ, ਤੇ ਪਰਮਾਤਮਾ ਦੀਆਂ ਸਿਫਤਾਂ ਨੂੰ ਸਾਰੀ ਜ਼ਿੰਦਗੀ ਵੀ ਬੋਲਦਾ ਰਵਾਂ, ਤੇ ਇਹ ਆਖਾਂ ਵੀ ਪਰਮਾਤਮਾ ਦੀ ਇਹਨਾਂ ਗੁਣਾਂ ਨੂੰ ਸਾਰੀ ਜ਼ਿੰਦਗੀ ਬੋਲ ਬੋਲ ਕੇ ਮੈਂ ਪਰਮਾਤਮਾ ਦਾ ਅੰਤ ਪਾ ਲਵਾਂਗਾ, ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਨਾ ਪਰਮਾਤਮਾ ਦੀਆਂ ਸਿਫਤਾਂ ਦਾ ਅੰਤ ਹੈ, ਵਡਿਆਈਆਂ ਦਾ ਅੰਤ ਹੈ। ਤੇ ਜੇ ਉਹਦੇ ਗੁਣਾਂ ਨੂੰ, ਉਹਦੀਆਂ ਸਿਫਤਾਂ ਨੂੰ ਕੋਈ ਕਹਿ ਕੇ ਆਖੇ ਅੰਤ ਪਾ ਲਵਾਂਗਾ, ਤੇ ਸਤਿਗੁਰ ਕਹਿੰਦੇ ਨੇ ਉਹਦੀਆਂ ਸਿਫਤਾਂ ਦਾ ਕਹਿ ਕੇ ਵੀ ਅੰਤ ਨਹੀਂ ਪਾਇਆ ਜਾ ਸਕਦਾ। ਸਾਧ ਸੰਗਤ, ਜਿੰਦੇ ਗੁਣ ਹੀ ਬੇਅੰਤ ਨੇ, ਅਸੀਂ ਉਹਦੀਆਂ ਸਿਫਤਾਂ ਨੂੰ ਕੱਥ ਕੇ, ਬੋਲ ਕੇ, ਉਹਦੀਆਂ ਸਿਫਤਾਂ, ਉਹਦੀਆਂ ਵਡਿਆਈਆਂ ਦੇ ਵਿੱਚ ਲੀਨ ਹੋਣਾ ਹੈ। ਕੱਲ ਵੀ ਮੈਂ ਇੱਕ ਬੇਨਤੀ ਕੀਤੀ ਸੀ ਵੀ ਸੰਗਤ ਦੇ ਵਿੱਚੋਂ ਇੱਕ ਸਵਾਲ ਸੀ ਵੀ ਕਿ ਰੱਬ ਵਡਿਆਈ ਦਾ ਭੁੱਖਾ ਹੈ, ਤੇ ਮੈਂ ਫਿਰ ਬੇਨਤੀ ਕਰਦਿਆਂ, ਪਰਮਾਤਮਾ ਵਡਿਆਈ ਦਾ ਭੁੱਖਾ ਨਹੀਂ। ਅਸੀਂ ਉਹਦੀ ਸਿਫਤ ਤਾਂ ਕਰਨੀ ਹੈ ਤਾਂ ਕਿ ਸਿਫਤ ਕਰ ਕਰਕੇ ਉਹਦੇ ਗੁਣਾਂ ਦੇ ਵਿੱਚ ਸਮਾ ਜਾਈਏ। ਵੇਖੋ ਸਾਧ ਸੰਗਤ, ਇਹਨੂੰ ਬੜੇ ਸੌਖੇ ਤਰੀਕੇ ਨਾਲ ਤੁਸੀਂ ਬਾਣੀ ਵਿੱਚੋਂ ਸਮਝ ਸਕਦੇ ਹੋ। ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਬਚਨ ਹੈ, ਆਪ ਰਹਿਰਾ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹੋ
ਦੂਸਰਾ ਸ਼ਬਦ ਹੈ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ। ਸਾਹਿਬ ਕਹਿੰਦੇ ਨੇ, ਸੁਣ ਵੱਡਾ ਆਖੇ ਸਭ ਕੋਈ, ਕਿਹੇ ਮੇਰੇ ਕਰਤੇ ਤੈਨੂੰ ਵੱਡਾ ਸਾਰੇ ਆਖਦੇ ਨੇ ਸੁਣ ਕੇ। ਕਿਸੇ ਨੇ ਕਿਸੇ ਪਾਸਿਓਂ ਸੁਣਿਆ, ਕਿਸੇ ਨੇ ਕਿਸੇ ਪਾਸਿਓਂ ਸੁਣਿਆ, ਪਰ ਸੁਣਨ ਵਾਲਿਆਂ ਨੇ ਇਹ ਸੁਣਿਆ ਵੀ ਤੂੰ ਬਹੁਤ ਵੱਡਾ ਹੈ, ਤੇ ਉਹਨਾਂ ਨੇ ਆਖਿਆ ਵੀ ਤੂੰ ਵੱਡਾ ਹੈ। ਸੁਣ ਵੱਡਾ ਆਖੇ ਸਭ ਕੋਈ। ਇੱਕ ਬੇਨਤੀ ਹੈ ਸਾਧ ਸੰਗਤ, ਧਰਮ ਦੀ ਦੁਨੀਆ ਦੇ ਅੰਦਰ ਸਾਰੀ ਸਾਧਨਾ ਸਾਡੀ ਸੁਣਨ ਤੇ ਹੈ। ਖਿਆਲ ਕਰਿਓ, ਅਨੁਭਵ ਤੇ ਬਾਅਦ ਦੀ ਗੱਲ ਹੈ ਨਾ। ਦੁਨੀਆਦਾਰੀ ਦੇ ਅੰਦਰ ਬੰਦਾ ਪਹਿਲੋਂ ਕਹਿੰਦਾ ਮੈਂ ਉਸ ਚੀਜ਼ ਨੂੰ ਅਨੁਭਵ ਕਰਾਂ। ਵੇਖੋ, ਕੋਈ ਇਨਸਾਨ ਬਗੀਚੇ ਦੇ ਅੰਦਰ ਹੈ, ਉਹਨੂੰ ਤੁਸੀਂ ਆਖੋ ਵੀ ਇਹ ਘਰ ਵਿੱਚ ਬੈਠਾ ਹੈ, ਵੀ ਉਹਨੂੰ ਆਖੋ ਵੀ ਆਹ ਜਿਹੜੇ ਫੁੱਲ ਬਗੀਚੇ ਵਿੱਚ ਖਿੜੇ ਨੇ ਇਹਨਾਂ ਦੇ ਅੰਦਰ ਖੁਸ਼ਬੂ ਬੜੀ ਹੈ। ਬੰਦਾ ਆਖੇਗਾ ਵੀ ਇਹਨਾਂ ਬਗੀਚੇ ਦੇ ਅੰਦਰ ਖਿੜੇ ਫੁੱਲਾਂ ਦੇ ਅੰਦਰ ਖੁਸ਼ਬੂ ਕੈਸੀ? ਉਹ ਕਹਿਣਗੇ ਆਹ ਜਿਹੜੀ ਮਹਿਕ ਤੈਨੂੰ ਆ ਰਹੀ ਹੈ ਨਾ, ਇਹ ਮਹਿਕ ਇਸ ਬਗੀਚੇ ਦੇ ਅੰਦਰੋਂ ਆ ਰਹੀ ਹੈ ਤੇ ਖਿੜੇ ਫੁੱਲਾਂ ਦੇ ਵਿੱਚੋਂ ਆ ਰਹੀ ਹੈ। ਉਹ ਬੰਦਾ ਆਖੇਗਾ ਮੈਂ ਨਹੀਂ ਮੰਨਦਾ। ਤੁਸੀਂ ਉਹਨੂੰ ਅਨੁਭਵ ਕਰਾਉਣ ਦੇ ਲਈ ਉਹਨੂੰ ਉਸ ਨਾਲ ਫੁੱਲਾਂ ਤੱਕ ਲੈ ਕੇ ਜਾਓਗੇ, ਉਸ ਫੁੱਲ ਨੂੰ ਉਹਦੇ ਨੱਕ ਦੇ ਨਾਸਕਾ ਦੇ ਨਾਲ ਲਾਓਗੇ, ਉਹਨੂੰ ਜਦੋਂ ਉਹਦੇ ਅੰਦਰੋਂ ਖੁਸ਼ਬੂ ਆਏਗੀ, ਹਾਲਾਂਕਿ ਉਹਨੇ ਖੁਸ਼ਬੂ ਵੇਖੀ ਨਹੀਂ ਪਰ ਉਹਨੇ ਅਨੁਭਵ ਕਰ ਲਈ ਹੈ। ਜਿਵੇਂ ਹੀ ਉਸ ਖੁਸ਼ਬੂ ਨੂੰ ਅਨੁਭਵ ਕਰਦਾ ਹੈ, ਉਹਨੂੰ ਪ੍ਰਤੀਤ ਆ ਜਾਂਦੀ, ਕਹਿੰਦਾ ਵਾਕਿਆ ਹੀ ਤੂੰ ਸੱਚ ਬੋਲਣਾ ਸੇ, ਖੁਸ਼ਬੂ ਇਹਨਾਂ ਫੁੱਲਾਂ ਦੇ ਅੰਦਰੋਂ ਹੀ ਆ ਰਹੀ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਧਰਮ ਦੀ ਦੁਨੀਆ ਦੇ ਵਿੱਚ ਪਰਮਾਤਮਾ ਨੂੰ ਸਿਰਫ ਅਨੁਭਵ ਕੀਤਾ ਜਾ ਸਕਦਾ ਹੈ। ਤੇ ਅਨੁਭਵ ਵੀ ਕਿਵੇਂ ਕੀਤਾ ਜਾ ਸਕਦਾ ਹੈ? ਉਹਨੂੰ ਸੁਣ ਕੇ। ਸੁਣਿਆ ਤੋਂ ਬਿਨਾਂ ਉਹਨੂੰ ਅਨੁਭਵ ਨਹੀਂ ਕੀਤਾ ਜਾ ਸਕਦਾ। ਤਾਂ ਹੀ ਸਤਿਗੁਰ ਕਹਿੰਦੇ ਨੇ ਉਹਨੂੰ ਸੁਣ। ਵੇਖੋ, ਧਰਮ ਦੀ ਦੁਨੀਆ ਦੇ ਅੰਦਰ ਐਸੇ ਅਨੇਕਾਂ ਮਨੁੱਖ ਹੋਏ ਨੇ ਜਿਨ੍ਹਾਂ ਕੋਲੋਂ ਜੋਤ ਨਹੀਂ, ਪਰ ਉਹ ਬੜੇ ਵੱਡੇ ਭਗਤ ਬਣੇ। ਸੂਰਦਾਸ ਜੀ, ਜਿਨ੍ਹਾਂ ਦੀ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇੱਕ ਪੰਕਤੀ ਹੈ, ਉਹਨਾਂ ਦੇ ਪਾਵਨ ਬਚਨ ਨੇ, ਛਾੜ ਮਨ ਹਰ ਬਿਮੁਖਨ ਕੋ ਸੰਗ। ਇਸ ਇੱਕ ਪੰਕਤੀ ਤੋਂ ਅੱਗੇ ਫਿਰ ਸਤਿਗੁਰਾਂ ਨੇ ਇਸ ਪੰਕਤੀ ਦਾ ਵਿਸਥਾਰ ਕਰਕੇ ਮਹਿਲਾ ਪੰਜਵਾਂ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਲਿਖੇ ਨੇ। ਪਰ ਭਗਤ ਸੂਰਦਾਸ ਜੀ ਉਹ ਸਨ ਜਿਨ੍ਹਾਂ ਨੂੰ ਨੇਤਰਾਂ ਤੋਂ ਦਿਸਦਾ ਨਹੀਂ ਸੀ। ਪਰ ਧਰਮ ਦੀ ਦੁਨੀਆ ਦੇ ਅੰਦਰ ਐਸਾ ਇੱਕ ਵੀ ਬੰਦਾ ਨਹੀਂ ਜਿਹਨੂੰ ਕੰਨਾਂ ਤੋਂ ਸੁਣਦਾ ਨਹੀਂ ਤੇ ਉਹ ਭਗਤ ਬਣ ਗਿਆ ਹੋਵੇ। ਕਿਉਂਕਿ ਸੁਣਨ ਦੇ ਨਾਲ ਹੀ ਤੁਹਾਡੇ ਅੰਦਰ ਅਨੁਭਵ ਦੀ ਸਮਰੱਥਾ ਪੈਦਾ ਹੁੰਦੀ ਹੈ। ਜਿੰਦੇ ਕੋਲ ਸੁਣਨ ਦੀ ਸਮਰੱਥਾ ਨਹੀਂ, ਤਾਕਤ ਨਹੀਂ, ਸਾਧ ਸੰਗਤ ਜੀ, ਉਹ ਇਨਸਾਨ ਜੀਵਨ ਦੇ ਅੰਦਰ ਕਦੇ ਵੀ ਕੁਝ ਬਣ ਨਹੀਂ ਸਕਦਾ। ਸੁਣਨਾ ਬੜਾ ਜ਼ਰੂਰੀ ਹੈ। ਸੁਣਨ ਦੀ ਤਾਕਤ ਇਨਸਾਨ ਨੂੰ ਪਰਮਾਤਮਾ ਨੇ ਦਿੱਤੀ ਹੈ। ਇਹੀ ਕਾਰਨ ਹੈ ਸਾਧ ਸੰਗਤ, ਇਨਸਾਨ ਦੁਨਿਆਵੀ ਤਲ ਤੇ ਜਦੋਂ ਪੈਦਾ ਹੁੰਦਾ ਹੈ, ਖਿਆਲ ਕਰਿਓ ਐਸੇ ਤੁਹਾਨੂੰ ਬੇਅੰਤ ਲੋਕ ਮਿਲ ਜਾਣਗੇ ਜਿਨ੍ਹਾਂ ਦੇ ਕੋਲੋਂ ਅੱਖਾਂ ਦੀ ਜੋਤ ਨਹੀਂ, ਪਰ ਜਿਨ੍ਹਾਂ ਕੋਲੋਂ ਜੰਮਦਿਆਂ ਹੀ ਸਰੋਤ ਨਹੀਂ, ਐਸਾ ਕੋਈ ਵਿਰਲਾ ਹੁੰਦਾ ਹੈ। ਇਹ ਪਰਮਾਤਮਾ ਦੀ ਕੁਦਰਤ ਹੈ। ਕਿਉਂਕਿ ਕੁਦਰਤ ਦੇ ਅੰਦਰ ਪ੍ਰਵਾਨ ਉਹੀ ਹੈ ਜਿਹੜਾ ਕੁਦਰਤ ਨੂੰ ਸੁਣ ਰਿਹਾ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨਾਂ ਵੱਲ ਆਪਾਂ ਫਿਰ ਪਰਤੀਏ। ਮੇਰੇ ਸਤਿਗੁਰ ਨੇ ਜਿਹੜੇ ਬਚਨ ਕਹੇ ਨੇ, ਸਤਿਗੁਰ ਕਹਿੰਦੇ ਨੇ ਉਹਦੀਆਂ ਸਿਫਤਾਂ ਦਾ ਕੋਈ ਅੰਤ ਨਹੀਂ, ਉਹਦੇ ਗੁਣ ਬੇਅੰਤ ਨੇ। ਪਰ ਜੇ ਕੋਈ ਇਹ ਆਖੇ ਵੀ ਕਹਿਣ ਦੇ ਨਾਲ ਮੈਂ ਉਹਦੇ ਗੁਣਾਂ ਦਾ ਅੰਤ ਪਾ ਲਵਾਂ, ਸਤਿਗੁਰ ਕਹਿੰਦੇ ਨੇ ਕਹਿ ਕੇ ਵੀ ਉਹਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਕਿਉਂਕਿ ਉਹ ਗੁਣ ਬੇਅੰਤ ਨੇ। ਕਹਿਣ ਦੇ ਲਈ ਇਨਸਾਨ ਸ਼ਬਦਾਵਲੀ ਵਰਤੇਗਾ, ਅੱਖਰਾਂ ਨੂੰ ਵਰਤੇਗਾ। ਉਹ ਅੱਖਰਾਂ ਦੀ ਇੱਕ ਲਿਮਿਟ ਹੈ ਸਾਧ ਸੰਗਤ, ਅੱਖਰਾਂ ਦੀ ਵੀ ਇੱਕ ਲਿਮਿਟ ਹੈ। ਵੇਖੋ, ਪੰਜਾਬੀ ਬੋਲੀ ਦੇ ਅੰਦਰ ਅਸੀਂ ਕਿੰਨੇ ਕੁ ਅੱਖਰ ਵਰਤ ਲਵਾਂਗੇ ਪਰਮਾਤਮਾ ਦੀ ਵਡਿਆਈ ਲਈ? ਅਸੀਂ ਕਿੰਨੇ ਕੁ ਸ਼ਬਦ ਵਰਤ ਲਵਾਂਗੇ? ਜਿੰਨਾ ਮਰਜ਼ੀ ਅਸੀਂ ਬਿਆਨ ਕਰਦੇ ਰਹੀਏ, ਪਰ ਸੱਚ ਹੈ ਇੱਕ ਥਾਂ ਤੇ ਜਾ ਕੇ ਸਾਡਾ ਸਰੀਰ ਜਵਾਬ ਦੇ ਜਾਏਗਾ, ਸਾਡੀ ਰਸਨਾ ਦੇ ਬੋਲ ਮੁੱਕ ਜਾਣਗੇ। ਇੱਥੋਂ ਤੱਕ ਸਤਿਗੁਰ ਕਹਿੰਦੇ ਨੇ ਸ਼ਬਦ ਵੀ ਖਤਮ ਹੋ ਜਾਣਗੇ, ਪਰ ਪਾਤਸ਼ਾਹ ਕਹਿੰਦੇ ਨੇ ਉਹਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਨ ਨਾ ਅੰਤ। ਉਸ ਪਰਮਾਤਮਾ ਦੇ ਜਿਹੜੇ ਕਰਨੇ ਨੇ, ਸਾਧ ਸੰਗਤ ਕਰਨੇ ਦਾ ਅਰਥ ਹੈ ਕੀਤਾ ਹੋਇਆ ਪਸਾਰਾ। ਜੋ ਕੁਝ ਉਸ ਕਰਤੇ ਨੇ ਕੀਤਾ ਇਸ ਕੁਦਰਤ ਦੇ ਅੰਦਰ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਸ ਕਰਤੇ ਦੀਆਂ ਕੀਤੀਆਂ ਹੋਈਆਂ ਦਾਤਾਂ ਦਾ, ਉਹਦੀ ਕੁਦਰਤ ਦਾ ਵੀ ਕੋਈ ਅੰਤ ਨਹੀਂ। ਉਹਦੀ ਕੁਦਰਤ ਬੇਅੰਤ ਹੈ। ਅਸੀਂ ਜਿਸ ਪਲੈਨਟ ਤੇ ਰਹਿੰਦੇ ਨੂੰ ਧਰਤੀ ਆਖਦੇ ਨੇ, ਤੇ ਧਿਆਨ ਦੇਣਾ ਇਸ ਧਰਤੀ ਦਾ ਹੀ ਅਸੀਂ ਅੰਤ ਨਹੀਂ ਪਾ ਸਕਦੇ।
ਤੇ ਸਾਇੰਸ ਕਹਿੰਦੀ ਇਸ ਧਰਤੀ ਵਰਗੀਆਂ ਹੋਰ ਹਜ਼ਾਰਾਂ ਲੱਖਾਂ ਕਰੋੜਾਂ ਧਰਤੀਆਂ ਨੇ, ਉਹਨਾਂ ਦਾ ਅੰਤ ਨਹੀਂ ਪਾਇਆ। ਕੁਦਰਤ ਦਾ ਅੰਤ ਨਹੀਂ ਹੈ ਸਾਧ ਸੰਗਤ। ਅਸੀਂ ਤੇ ਧਰਤੀ ਦੇ ਅੰਦਰੋਂ ਇੰਨਾ ਕੁਝ ਪੈਦਾ ਕਰਨੇ ਆ। ਵੇਖੋ ਧਰਤੀ ਦੇ ਅੰਦਰੋਂ ਸਭ ਪਦਾਰਥ ਪੈਦਾ ਹੋ ਰਹੇ ਨੇ, ਇਹ ਧਰਤੀ ਦਾ ਹੀ ਅੰਤ ਨਹੀਂ ਸਾਧ ਸੰਗਤ। ਕਿੰਨਾ ਕੁਝ ਇਹ ਸਾਨੂੰ ਦਿੱਤੀ ਜਾ ਰਹੀ ਹੈ, ਸਦੀਆਂ ਤੋਂ ਦੇ ਰਹੀ ਹੈ, ਔਰ ਸੱਚ ਵਿੱਚ ਦਿੱਤੀ ਜਾ ਰਹੀ ਹੈ ਤੇ ਦਿੰਦੀ ਰਹੇਗੀ। ਪਰਮਾਤਮਾ ਦੀ ਕੁਦਰਤ ਦੇ ਵਿੱਚੋਂ ਅਸੀਂ ਤੇ ਸਿਰਫ ਧਰਤੀ ਦਾ ਅੰਤ ਨਹੀਂ ਪਾ ਸਕਦੇ। ਅਸੀਂ ਪੀਣ ਦੇ ਲਈ ਸਾਧ ਸੰਗਤ ਪਾਣੀ ਦੇ ਸਰੋਤ, ਪਰਮਾਤਮਾ ਨੇ ਕਿਰਪਾ ਕੀਤੀ, ਧਰਤੀ ਦੇ ਥੱਲੇੋਂ ਪਾਣੀ ਸਾਨੂੰ ਦਿੱਤਾ। ਪਰ ਖਿਆਲ ਹੈ ਕਦੀ ਮਨ ਅੰਦਰ ਸੋਚ ਕੇ ਵੇਖੀਏ ਵੀ ਦਾਤਾ, ਜੇ ਕਿਤੇ ਇੱਕ ਚੀਜ਼ ਵੀ ਬੰਦੇ ਨੂੰ ਆਪ ਬਣਾਣੀ ਪੈ ਜਾਏ, ਖਿਆਲ ਕਰਿਓ ਬੰਦਾ ਤੇ ਇੰਨਾ ਆਪਣੇ ਆਪੇ ਵਿੱਚ ਜੀਣ ਵਾਲਾ ਏ, ਇਹ ਤੇ ਆਪਣੀ ਕਮਾਈ ਹੋਈ ਚੀਜ਼ ਨੂੰ ਆਪਣੇ ਪਰਿਵਾਰ ਨੂੰ ਦੇਣ ਲਈ ਤਿਆਰ ਨਹੀਂ। ਇਹ ਕਿਸੇ ਦੁਨੀਆ ਦੇ ਦੂਜੇ ਇਨਸਾਨ ਨੂੰ ਕਿਵੇਂ ਦੇਗਾ? ਇਹ ਤੇ ਸਤਿਗੁਰ ਤੇਰੇ ਹੀ ਦਿੱਤੇ ਭੰਡਾਰੇ ਨੇ। ਤੂੰ ਇਹ ਹਵਾ ਕੁਦਰਤ ਦੇ ਅੰਦਰ ਪੈਦਾ ਕੀਤੀ, ਬੰਦਾ ਇਹਨੂੰ ਫ੍ਰੀ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਸਵਾਸਾਂ ਦੇ ਰੂਪ ਵਿੱਚ ਵਰਤਦਾ ਹੈ। ਪਰ ਸਤਿਗੁਰ ਜੀ ਜਿੱਦਣ ਇਸੇ ਬੰਦੇ ਨੂੰ ਸਾਹ ਆਉਣਾ ਬੰਦ ਹੋ ਜਾਂਦਾ ਹੈ ਤੇ ਇਹਨੂੰ ਆਕਸੀਜਨ ਦੀ ਪਾਈਪ ਲੱਗਦੀ ਹੈ, ਉਸ ਦਿਨ ਇਹੀ ਬੰਦਾ ਹੁੰਦਾ ਹੈ ਇੱਕ ਇੱਕ ਸਵਾਸ ਦਾ ਵੀ ਇਹਦੇ ਕੋਲੋਂ ਹਿਸਾਬ ਲਿਆ ਜਾਂਦਾ ਹੈ। ਤੈਨੂੰ ਇੰਨੀ ਗੈਸ ਲੱਗੀ, ਇੰਨੀ ਆਕਸੀਜਨ ਲੱਗੀ, ਇਹਦਾ ਇੰਨਾ ਪੈਸਾ, ਇੰਨਾ ਬਿੱਲ ਬਣ ਗਏ। ਇੱਕ ਇੱਕ ਸਵਾਸ ਦਾ ਇਹਦੇ ਕੋਲੋਂ ਹਿਸਾਬ ਮੰਗਿਆ ਜਾਂਦਾ ਹੈ। ਉਦੋਂ ਇਹਨੂੰ ਕਿਹਾ ਜਾਂਦਾ ਹੈ ਤੂੰ ਤਾਂ ਇੱਥੋਂ ਜਾਏਗਾ ਜੇ ਇੱਕ ਇੱਕ ਪੈਸੇ, ਇੱਕ ਇੱਕ ਸਵਾਸ ਜਿਹੜਾ ਤੂੰ ਲਿਆ ਇਸ ਆਕਸੀਜਨ ਦੇ ਰਾਹੀਂ ਉਹਦਾ ਮੁੱਲ ਦੇ ਕੇ ਜਾਏਗਾ। ਕੁਦਰਤ ਦੇ ਇਸ ਕਰਨੇ ਦਾ ਸਾਧ ਸੰਗਤ ਕੀ ਅੰਤ ਹੈ? ਜਿੱਥੇ ਰੱਬ ਦੀਆਂ ਦਿੱਤੀਆਂ ਇੰਨੀਆਂ ਦਾਤਾਂ, ਇੰਨੀਆਂ ਬੇਅੰਤ ਦਾਤਾਂ, ਅਸੀਂ ਬਿਨਾਂ ਕਿਸੇ ਮਾਇਆ ਦਿੱਤਿਆਂ ਹੀ ਵਰਤਨੇ ਪਏ। ਕੁਦਰਤ ਤੋਂ ਕੁਰਬਾਨ ਜਾਈਏ ਸਾਧ ਸੰਗਤ, ਬਲਿਹਾਰ ਜਾਈਏ। ਤਾਂ ਹੀ ਬਾਬਾ ਨਾਨਕ ਜੀ ਕਹਿੰਦੇ ਨੇ ਅੰਤ ਨਾ ਕਰਨੇ ਦੇਨ ਨਾ ਅੰਤ। ਸਤਿਗੁਰ ਜੀ ਤੇਰੀਆਂ ਦਾਤਾਂ ਦਾ ਵੀ ਕੋਈ ਅੰਤ ਨਹੀਂ। ਦੇਣ ਦਾ ਮਤਲਬ ਦਿੱਤੀਆਂ ਹੋਈਆਂ ਦਾਤਾਂ, ਦੇਣ ਵਾਲਾ ਵੀ ਬੇਅੰਤ ਹੈ, ਉਹਦੀਆਂ ਦਾਤਾਂ ਵੀ ਬੇਅੰਤ ਨੇ। ਖਿਆਲ ਕਰਿਓ ਨੇ ਜੋ ਕੁਝ ਦਾਤਾਂ ਦਿੱਤੀਆਂ ਨੇ ਉਹਨਾਂ ਦਾ ਕੋਈ ਅੰਤ ਨਹੀਂ। ਬਾਬਾ ਨਾਨਕ ਜੀ ਅੱਗੇ ਜਾ ਕੇ ਇੱਕ ਬਚਨ ਕਹਿੰਦੇ ਨੇ, ਆਸਨ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਸਤਿਗੁਰ ਕਹਿੰਦੇ ਨੇ ਉਹਨੇ ਜਦੋਂ ਧਰਤੀ ਪੈਦਾ ਕੀਤੀ, ਉਹ ਜਦੋਂ ਪਾਤਸ਼ਾਹ ਜੀ ਨੇ ਕਾਇਨਾਤ ਸਾਜੀ, ਉਹਨੇ ਇੱਕੋ ਵਾਰ ਇਹਦੇ ਅੰਦਰ ਸਾਰੇ ਖਜ਼ਾਨੇ ਪਾ ਦਿੱਤੇ। ਬੰਦਾ ਸਿਰਫ ਉਹਨਾਂ ਖਜ਼ਾਨਿਆਂ ਨੂੰ ਖੋਜ ਰਿਹਾ। ਖਿਆਲ ਕਰਿਓ ਇਹੀ ਧਰਤੀ ਹੈ। ਸਦੀਆਂ ਤੋਂ ਬੰਦਾ ਪਹਿਲੋਂ ਇਸੇ ਮਨੁੱਖ ਦੇ ਦਾਦੇ ਪੜਦਾਦੇ ਵਰਤਦੇ ਸਨ, ਫਿਰ ਇਹਦੇ ਪਿਓ ਨੇ ਵਰਤਿਆ, ਹੁਣ ਅੱਜ ਇਹ ਵਰਤਦਾ ਪਿਆ ਹੈ, ਕੱਲ ਨੂੰ ਇਸੇ ਧਰਤੀ ਨੂੰ ਇਹਦੇ ਬੱਚੇ ਵਰਤਣਗੇ। ਪਰ ਖਿਆਲ ਕਰਿਓ ਇਹ ਧਰਤੀ ਕੱਲ ਵੀ ਦੇ ਰਹੀ ਸੀ, ਅੱਜ ਵੀ ਦੇ ਰਹੀ ਹੈ ਤੇ ਕੱਲ ਵੀ ਦੇਗੀ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਰਤੇ ਦੀਆਂ ਦਾਤਾਂ ਦਾ ਅੰਤ ਨਹੀਂ, ਉਹਦੀਆਂ ਦਾਤਾਂ ਵੀ ਬੇਅੰਤ ਨੇ। ਸਾਧ ਸੰਗਤ ਇਸ ਕੁਦਰਤ ਦੇ ਅੰਦਰ ਆਪਾਂ ਸਿਰਫ ਆਪਣੇ ਸਵਾਰਥ ਤੱਕ ਸੀਮਤ ਹਾਂ। ਮੈਂ ਇੱਕ ਬੇਨਤੀ ਕਰਦਿਆਂ, ਔਰ ਸੱਚ ਇਹ ਹੈ ਗੁਰਮੁਖੋ, ਜਿਵੇਂ ਜਿਵੇਂ ਬੰਦੇ ਕੋਲੋਂ ਪਦਾਰਥਾਂ ਦੀ ਬਹੁਤਾਤ ਹੁੰਦੀ ਹੈ, ਉਵੇਂ ਉਵੇਂ ਬੰਦਾ ਇਹਨਾਂ ਪਦਾਰਥਾਂ ਦੇ ਰਸ ਕਸ ਵਿੱਚ ਖੁਆਰ ਹੋਇਆ ਸਿਰਫ ਆਪਣੇ ਸਵਾਰਥ ਤੱਕ ਸੀਮਤ ਰਹਿ ਜਾਂਦਾ ਹੈ। ਨਹੀਂ ਤੇ ਇਹ ਪ੍ਰਮਾਤਮਾ ਦੀ ਬਣਾਈ ਕੁਦਰਤ ਵਿੱਚੋਂ ਕਿੰਨਾ ਕੁਝ ਸਿੱਖ ਸਕਦਾ ਹੈ। ਵੀ ਸਤਿਗੁਰ ਤੂੰ ਤੇਰੀਆਂ ਦਿੱਤੀਆਂ ਦਾਤਾਂ ਬੇਅੰਤ ਨੇ, ਕਦੀ ਧਰਤੀ ਕਿਸੇ ਨਾਲ ਵਿਤਕਰਾ ਨਹੀਂ ਕਰਦੀ। ਜੇ ਸਾਧ ਸੰਗਤ ਇਹਨੂੰ ਅਮੀਰ ਵਾਹ ਲਏ, ਗਰੀਬ ਵਾਹ ਲਏ, ਇਹਨੂੰ ਕੋਈ ਬ੍ਰਾਹਮਣ ਵਾਹ ਲਏ, ਕੋਈ ਸ਼ੂਦਰ ਵਾਹ ਲਏ, ਇਸ ਧਰਤੀ ਨੂੰ ਵਾਹ ਕੇ ਜਿਹੜਾ ਇਹਦੇ ਅੰਦਰ ਬੀਜ ਬੀਜੇਗਾ, ਇਹ ਧਰਤੀ ਉਹਨੂੰ ਫਲ ਦੇਗੀ ਹੀ ਦੇਗੀ। ਇਹ ਧਰਤੀ ਨੇ ਕਦੀ ਵਿਤਕਰਾ ਨਹੀਂ ਕੀਤਾ। ਰੱਬ ਦੀਆਂ ਦਾਤਾਂ ਬੇਅੰਤ ਨੇ। ਰੁੱਖ ਤੇ ਫਲ ਲੱਗਦੇ ਨੇ ਸਾਧ ਸੰਗਤ, ਉਸ ਰੁੱਖ ਨੂੰ ਧਰਤੀ ਦੇ ਅੰਦਰ ਭਾਵਾਂ ਕੋਈ ਗਰੀਬ ਲਾ ਦੇ, ਭਾਵਾਂ ਅਮੀਰ ਲਾ ਦੇ, ਭਾਵਾਂ ਕੋਈ ਸ਼ੂਦਰ ਲਾ ਦੇ, ਭਾਵਾਂ ਕੋਈ ਬ੍ਰਾਹਮਣ ਲਾ ਦੇ, ਜਿਸ ਦਿਨ ਉਹ ਰੁੱਖ ਧਰਤੀ ਦੇ ਵਿੱਚ ਲੱਗਦਾ ਹੈ, ਸਮਾਂ ਪਾ ਕੇ ਫਲ ਦੇ ਕਾਬਿਲ ਹੁੰਦਾ ਹੈ, ਉਹ ਰੁੱਖ ਨੇ ਕਦੀ ਇਹ ਨਹੀਂ ਆਖਿਆ ਕਿ ਆਹ ਫਲ ਮੈਂ ਸਿਰਫ ਬ੍ਰਾਹਮਣ ਨੂੰ ਦੇਣਾ ਹੈ, ਅਮੀਰ ਨੂੰ ਦੇਣਾ ਹੈ, ਕਿਸੇ ਹੋਰ ਨੂੰ ਦੇਣਾ ਨਹੀਂ। ਜਿਹੜਾ ਵੀ ਆਏਗਾ ਉਹ ਛਾਂ ਵੀ ਉਹਨੂੰ ਦੇਗਾ ਤੇ ਫਲ ਵੀ ਉਹਨੂੰ ਦੇਗਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਰਮਾਤਮਾ ਦੀ ਕੁਦਰਤ ਦੀ ਬੇਅੰਤਤਾ ਤੋਂ ਸਮਝ, ਇਹ ਤੇਰੇ ਜੀਵਨ ਦੇ ਅੰਦਰ ਬੜਾ ਵੱਡਾ ਨੁਕਤਾ ਹੈ। ਜਿੱਦਣ ਅਸੀਂ ਆਪਣੇ ਸਵਾਰਥ ਲਈ ਜੀਣਾ ਸ਼ੁਰੂ ਕਰ ਦਿੰਦੇ ਹਾਂ, ਉਹ ਦਿਨ ਅਸੀਂ ਸੁੰਗੜਨਾ ਸ਼ੁਰੂ ਕਰ ਦਿੰਦੇ ਹਾਂ। ਸੁੰਗੜਨਾ ਸਾਧ ਸੰਗਤ ਇਕੱਠੇ ਹੋਣਾ, ਇੱਕ ਜਗ੍ਹਾ ਤੇ ਖਤਮ ਹੋਣਾ, ਫਿਰ ਅਸੀਂ ਬਿਲਕੁਲ ਸ਼ੂਨਿਆ ਰਹਿ ਜਾਂਦੇ ਹਾਂ, ਖਤਮ ਹੋ ਜਾਂਦੇ ਹਾਂ।
ਪਰ ਜਿਵੇਂ ਜਿਵੇਂ ਸਾਡੇ ਅੰਦਰ ਕੁਦਰਤ ਦੀ ਤਰ੍ਹਾਂ ਵਿਸ਼ਾਲਤਾ ਹੁੰਦੀ ਹੈ, ਉਵੇਂ ਉਵੇਂ ਸਾਡਾ ਅੰਦਰ ਬੜਾ ਵਿਸ਼ਾਲ ਹੁੰਦਾ ਜਾਂਦਾ ਹੈ। ਸਾਨੂੰ ਇੰਜ ਲੱਗਦਾ ਵੀ ਇਹ ਸਾਰੀ ਕੁਦਰਤ ਰੱਬ ਦੀ ਬਣਾਈ ਕਾਇਨਾਤ ਸਾਡਾ ਆਪਣਾ ਘਰ ਹੈ। ਔਰ ਸੱਚ ਵਿੱਚ ਜਿੰਨੇ ਭਗਤ ਹੋਏ ਨੇ, ਜਿੰਨੇ ਫਕੀਰ ਹੋਏ ਨੇ, ਉਹ ਕੁਦਰਤ ਨੂੰ ਆਪਣਾ ਘਰ ਸਮਝ ਕੇ ਜੀਵੇ ਨੇ। ਉਹਨਾਂ ਨੇ ਆਪਣੇ ਘਰ ਦੀ ਚਾਰ ਦੀਵਾਰੀ ਨੂੰ ਹੀ ਆਪਣਾ ਘਰ ਨਹੀਂ ਬਣਾਇਆ, ਉਹਨਾਂ ਕੁਦਰਤ ਨੂੰ ਆਪਣਾ ਘਰ ਬਣਾਇਆ। ਉਹਨਾਂ ਦੇ ਕੋਲੋਂ ਜਿਹੜਾ ਵੀ ਆਇਆ, ਹੁਣ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਧਿਆਨ ਦੇਣਾ, ਬਾਬਾ ਜੀ ਕਹਿੰਦੇ ਨੇ ਸਾਰੇ ਬੰਦੇ ਹੀ ਕੁਦਰਤ ਪਰਮਾਤਮਾ ਦੇ ਪੈਦਾ ਕੀਤੇ ਨੇ। ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਅਸੀਂ ਸਭ ਇੱਕ ਪਿਤਾ ਦੇ ਬੱਚੇ ਆ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਹਦੀ ਦਾਤਾਂ ਦਾ ਵੀ ਅੰਤ ਨਹੀਂ, ਉਹਦੇ ਕਰਨ ਦਾ ਵੀ ਅੰਤ ਨਹੀਂ। ਅੰਤ ਨਾ ਵੇਖਣ ਸੁਣਨ ਨਾ ਅੰਤ। ਸਤਿਗੁਰ ਕਹਿੰਦੇ ਨੇ ਕੋਈ ਸਾਰੀ ਜ਼ਿੰਦਗੀ ਵੇਖਦਾ ਰਵੇ ਨਾ ਨੇਤਰਾਂ ਨਾਲ, ਵੇਖ ਕੇ ਵੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹ ਅੱਖਾਂ ਦੀ ਜੋਤ ਘਟ ਜਾਏਗੀ ਸਾਧ ਸੰਗਤ, ਅਸੀਂ ਸਭ ਜਾਣਦੇ ਹਾਂ। ਅੱਜ ਕੱਲ੍ਹ ਤੇ ਸਮਾਂ ਐਸਾ ਆ ਗਿਆ, ਬਚਪਨ ਦੇ ਅੰਦਰ ਹੀ ਬੱਚਿਆਂ ਨੂੰ ਜੋਤ ਦੀ ਫਿਕਰ ਪੈ ਗਿਆ, ਉਹਨਾਂ ਨੂੰ ਚਸ਼ਮੇ ਲੱਗ ਗਏ ਨੇ। ਪਰ ਧਿਆਨ ਦਿਆ ਜੇ ਸਾਧ ਸੰਗਤ, ਸਮਾਂ ਪਾ ਕੇ ਜਿਵੇਂ ਬੰਦਾ ਬਜ਼ੁਰਗੀ ਵੱਲ ਵੱਧਦਾ ਹੈ, ਪਾਤਸ਼ਾਹ ਜੀ ਦੀ ਬਾਣੀ ਦਾ ਬਚਨ ਹੈ, ਸਭ ਕਹਿੰਦੇ ਨੇ ਖਾਂਦੇ ਆ ਮੂੰਹ ਇਕੱਠਾ, ਪਹਿਨੰਦੇ ਆ ਸਭ ਅੰਗ, ਤ੍ਰਿਗ ਤਿੰਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ। ਸਮਾਂ ਪਾ ਕੇ ਸਾਧ ਸੰਗਤ ਸਰੀਰ ਦੇ ਇੰਦਰੇ ਵੀ ਘਸ ਜਾਂਦੇ ਨੇ, ਅੱਖਾਂ ਦੀ ਜੋਤ ਘਟ ਜਾਂਦੀ ਏ, ਕੰਨਾਂ ਦੀ ਸਰੋਤ ਘਟ ਜਾਂਦੀ ਏ, ਸੱਚ ਹੈ ਪੈਰਾਂ ਦੇ ਅੰਦਰ ਦਾ ਬਲ ਛਿਨ ਹੋ ਜਾਂਦਾ ਏ। ਤਾਂ ਹੀ ਸਤਿਗੁਰੂ ਜੀ ਨੇ ਬਾਣੀ ਅੰਦਰ ਕਿਹਾ, ਨੈਣੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧਵਾਨੀ, ਰੁੱਧਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪ੍ਰਾਨੀ। ਸਤਿਗੁਰ ਕਹਿੰਦੇ ਨੇ ਅੰਤ ਨਾ ਵੇਖਣ, ਸੁਣਨ ਨਾ ਅੰਤ। ਸਤਿਗੁਰ ਵੇਖ ਕੇ ਵੀ ਕੋਈ ਤੇਰੀ ਕੁਦਰਤ ਦਾ, ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ। ਕੋਈ ਸੁਣ ਕੇ ਵੀ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ, ਕਿਉਂਕਿ ਸਰੋਤ ਵੀ ਸੀਮਤ ਹੈ, ਵੇਖਣਾ ਵੀ ਸੀਮਤ ਹੈ, ਕਿਉਂਕਿ ਬੰਦਾ ਸਮੇਂ ਦੇ ਅੰਦਰ ਹੈ। ਸੁਣਨਾ ਵੀ ਬੰਦੇ ਦਾ ਸਮੇਂ ਦੇ ਅੰਦਰ ਹੈ, ਵੇਖਣਾ ਵੀ। ਇਹਨੂੰ ਇੱਕ ਟਾਈਮ ਪੀਰੀਅਡ ਮਿਲਿਆ ਸਾਧ ਸੰਗਤ, ਇਹ ਉਸ ਟਾਈਮ ਪੀਰੀਅਡ ਦੇ ਅੰਦਰ ਜਿੰਦਾ ਹੈ। ਇਸੇ ਕਰਕੇ ਸਤਿਗੁਰ ਕਹਿੰਦੇ ਨੇ ਅੰਤ ਨਾ ਜਾਪੈ ਕਿਆ ਮਨ ਮੰਤ। ਅੰਤ ਨਾ ਜਾਪੈ, ਜਾਪੈ ਦਾ ਆਖਰੀ ਅਰਥ ਹੈ ਜਪਣਾ ਜਾਂ ਦਿਸਣਾ। ਪਾਤਸ਼ਾਹ ਕਹਿੰਦੇ ਨੇ ਨਾ ਤੇ ਉਹਦੇ ਅੰਦਰ ਦਾ ਜਿਹੜਾ ਮੰਤ ਹੈ, ਮੰਤ ਦਾ ਆਖਰੀ ਅਰਥ ਹੈ ਸਾਧ ਸੰਗਤ ਜੀ ਸਲਾਹ ਮਸ਼ਵਰਾ। ਜਿਵੇਂ ਇਹ ਮੰਤ ਸ਼ਬਦ ਮੰਤਰੀ ਤੋਂ ਨਿਕਲਿਆ, ਜਿਵੇਂ ਇੱਕ ਰਾਜੇ ਦਾ ਮੰਤਰੀ ਹੁੰਦਾ ਸਲਾਹਕਾਰ ਹੁੰਦਾ ਹੈ, ਇਸੇ ਤਰ੍ਹਾਂ ਸਤਿਗੁਰ ਕਹਿੰਦੇ ਨੇ ਗੁਰੂ ਦਾ ਉਪਦੇਸ਼ ਨੂੰ ਵੀ ਮੰਤਰ ਆਖਿਆ ਜਾਂਦਾ ਹੈ, ਕਿਉਂਕਿ ਉਹ ਜੀਵਨ ਦਾ ਸਲਾਹ, ਗੁਰੂ ਦੇ ਉਪਦੇਸ਼ ਤੋਂ ਸਾਨੂੰ ਜੀਵਨ ਜਿਉਣ ਦੀ ਪ੍ਰੇਰਨਾ ਸਲਾਹ ਮਿਲਦੀ ਹੈ। ਇਸੇ ਤਰ੍ਹਾਂ ਤੇ ਸ਼ਬਦ ਹੈ ਮੰਤ। ਮੰਤ ਮਨ ਦੇ ਅੰਦਰ, ਕਿਉਂਕਿ ਮਨ ਦੇ ਨੰਨੇ ਨੂੰ ਸਿਆਰੀਏ, ਮਨ ਵਿੱਚ ਮੰਤ ਦਾ ਭਾਵ ਉਪਦੇਸ਼। ਉਹਦੇ ਮਨ ਦੇ ਅੰਦਰ ਕੀ ਸਲਾਹ ਹੈ, ਕੀ ਉਪਦੇਸ਼ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਵੀ ਕਿਸੇ ਨੂੰ ਅੱਜ ਤੱਕ ਜਾਪਿਆ ਨਹੀਂ, ਇਹ ਵੀ ਕੋਈ ਨਹੀਂ ਬਿਆਨ ਕਰ ਸਕਦਾ ਕਿ ਪ੍ਰਮਾਤਮਾ ਦੇ ਮਨ ਦੇ ਵਿੱਚ ਕੀ ਹੈ। ਅੱਜ ਅਸੀਂ ਜੀ ਰਿਹਾ, ਹੁਣ ਅਗਲੇ ਪਲ ਪ੍ਰਮਾਤਮਾ ਨੇ ਆਪਣੀ ਕੁਦਰਤ ਦੀ ਕਿਹੜੀ ਖੇਡ ਰਚਨੀ ਹੈ, ਇਹਦਾ ਅੰਤ ਕੋਈ ਨਹੀਂ ਪਾ ਸਕਦਾ। ਉਹਦੇ ਮਨ ਵਿੱਚ ਕੀ ਹੈ। ਇਸੇ ਕਰਕੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਹੇ ਮੇਰੇ ਮਾਲਕ ਜੀ, ਇਸ ਧਰਤੀ ਦੇ ਅੰਦਰ ਹਨੂਮਾਨ ਸਰ ਗਰੁੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਨਾ, ਚਾਰ ਵੇਦ ਅਰ ਸਿਮਰਤ ਪੁਰਾਨਾ, ਕਮਲਾ ਪਤ ਕਮਲਾ ਨਹੀਂ ਜਾਨਾ। ਸਭ ਕਹਿੰਦੇ ਨੇ ਕੋਈ ਤੇਰਾ ਭੇਦ ਨਹੀਂ ਪਾ ਸਕਿਆ ਸਤਿਗੁਰੂ। ਤੇਰਾ ਮਰਮ ਕੀ ਹੈ, ਤੇਰਾ ਭੇਦ ਕੀ ਹੈ, ਤੇਰੇ ਅੰਦਰ ਕੀ ਹੈ, ਇਹ ਮੇਰੇ ਸਤਿਗੁਰੂ ਕੋਈ ਵੀ ਨਹੀਂ ਜਾਣ ਸਕਿਆ ਇਹਨਾਂ ਦੇ ਵਿੱਚੋਂ, ਕਿਉਂਕਿ ਹਰ ਇਨਸਾਨ ਸੀਮਤ ਹੈ। ਰੱਬ ਜੀ ਤੇਰੀ ਬਣਾਈ ਕੁਦਰਤ ਦੇ ਅੰਦਰ ਇਹ ਵੀ ਪਸਾਰਾ ਸੀਮਤ ਹੈ। ਇਸੇ ਕਰਕੇ ਬਾਬਾ ਨਾਨਕ ਜੀ ਕਹਿੰਦੇ ਨੇ ਉਹਦੀਆਂ ਕੀਤੀਆਂ ਦਾ ਵੀ ਅੰਤ ਨਹੀਂ, ਵੇਖਣ ਤੋਂ ਵੀ ਅੰਤ ਨਹੀਂ ਪਾਇਆ ਜਾ ਸਕਦਾ, ਸੁਣ ਕੇ ਵੀ ਅੰਤ ਨਹੀਂ ਪਾਇਆ ਜਾ ਸਕਦਾ। ਉਹਦੇ ਮਨ ਵਿੱਚ ਕਿਹੜੀ ਸਲਾਹ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਇਹਦਾ ਵੀ ਅੰਤ ਨਹੀਂ। ਅੰਤ ਨਾ ਜਾਪੈ ਕੀਤਾ ਆਕਾਰ। ਉਹਨੇ ਜਿਹੜੀ ਰਚਨਾ ਬਣਾਈ ਹੈ, ਸਭ ਕਹਿੰਦੇ ਨੇ ਆਕਾਰ ਕੀਤਾ ਹੈ। ਜੋ ਵੀ ਦਿਸ ਰਿਹਾ ਸੰਸਾਰ ਵਿੱਚ, ਸਾਧ ਸੰਗਤ ਰੱਬ ਦੇ ਇਸ ਪਸਾਰੇ ਦਾ ਅੰਤ ਨਹੀਂ। ਅਸੀਂ ਇਸੇ ਕਰਕੇ ਮੈਂ ਬੜੀ ਵਾਰੀ ਬੇਨਤੀ ਕਰਨਾ, ਅਸੀਂ 84 ਲੱਖ ਜੂਨਾਂ ਦਾ ਜ਼ਿਕਰ ਕਰਨੇ ਆ, ਪਰ ਜਦੋਂ ਅਸੀਂ 84 ਸ਼ਬਦ ਵਰਤ ਲੈਂਦੇ ਆ, ਇਹਦਾ ਮਤਲਬ ਹੈ ਅਸੀਂ ਰੱਬ ਦੀ ਕੁਦਰਤ ਦਾ ਅੰਤ ਪਾ ਲਿਆ। ਬਾਬਾ ਜੀ ਦੇ ਕਹਿੰਦੇ ਨੇ ਅਸੰਖ ਜਪ ਅਸੰਖ ਪਾਓ,
असंख मूर्ख अंधकोर, असंख नाम असंख थाम, अगम अगम असंख लो, जी जात रंगा के नाम, सबना लिखिया उड़ी कलाम। पातशाह कहते ने कितने ही ने, बाबा नानक जी कहते ने उन्हां दा अंत नहीं। इसे करके सतगुर कहते ने दातार पिता ਜਿਹੜੇ जगत ਦੇ ਵਿੱਚ ਦਿਸ ਰਹੇ ਆਕਾਰ ਨੇ, ਇਸ ਆਕਾਰ ਦਾ ਵੀ ਤੇਰੀ ਕੁਦਰਤ ਦੇ ਅੰਦਰ ਕੋਈ ਅੰਤ ਨਹੀਂ। ਤੇਰੀ ਇਹ ਕੁਦਰਤ ਬੇਅੰਤ ਹੈ, ਅੰਤ ਨਾ ਜਾਪੈ ਪਾਰਾਵਾਰ। ਸਤਗੁਰ ਕੋਈ ਆਖੇ ਵੀ ਤੇਰੇ ਪਾਰ ਦਾ ਬੰਨਾ ਕੀ ਹੈ, ਭਾਵ ਇੱਕ ਸਮੇਂ ਤੋਂ ਬਾਅਦ ਉੱਥੇ ਆ ਚੀਜ਼ ਖਤਮ ਹੋ ਜਾਏਗੀ, ਉਹਦੇ ਤੋਂ ਬਾਅਦ ਕੀ ਹੈ। ਜਿਵੇਂ ਸਾਧ ਸੰਗਤ ਅਸੀਂ ਸੰਸਾਰ ਦੇ ਅੰਦਰ ਕੋਈ ਵੀ ਚੀਜ਼ ਹੈ, ਕਿਉਂਕਿ ਦੁਨੀਆ ਦੇ ਅੰਦਰ ਹਰ ਚੀਜ਼ ਇੱਕ ਟਾਈਮ ਪੀਰੀਅਡ, ਇੱਕ ਲਿਮਿਟ ਦੇ ਅੰਦਰ ਹੈ। ਅਸੀਂ ਬਿਆਨ ਕਰ ਸਕਦੇ ਹਾਂ ਵੀ ਇਹਦੇ ਤੋਂ ਬਾਅਦ ਕੀ ਹੈ, ਪਰ ਪਾਤਸ਼ਾਹ ਕਹਿੰਦੇ ਨੇ ਮੇਰੇ ਮਾਲਕ ਜੀ ਤੇਰਾ ਤੇ ਕੋਈ ਪਾਰਾਵਾਰ ਨਹੀਂ, ਕੋਈ ਪਾਰਲਾ ਬੰਨਾ ਨਹੀਂ, ਬੰਦਾ ਕੋਈ ਨਹੀਂ ਕਹਿ ਸਕਦਾ ਇਹਦੇ ਤੋਂ ਪਾਰ ਕੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿਉਂਕਿ ਉਹਦਾ ਅੰਤ ਹੀ ਨਹੀਂ, ਉਹਦੇ ਅੰਤ ਤੋਂ ਪਾਰ ਜਾ ਕੇ ਕੀ ਬੰਦਾ ਬਿਆਨ ਕਰੇਗਾ। ਸਾਹਿਬ ਜੀ ਕਹਿੰਦੇ ਨੇ ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿੰਨੇ ਹੀ ਨੇ ਸੰਸਾਰ ਅੰਦਰ ਜਿਹੜੇ ਇਸ ਅੰਤ ਨੂੰ ਪਾਣ ਦੇ ਲਈ ਵਿਲਕ ਰਹੇ ਨੇ, ਯਤਨ ਕਰ ਰਹੇ ਨੇ ਰੱਬ ਦੀ ਕੁਦਰਤ ਦਾ ਅੰਤ ਮਿਲ ਜਾਏ। ਕਿਸੇ ਢੰਗ ਨਾਲ ਸਾਇੰਸ ਦਾ ਜ਼ੋਰ ਲੱਗਾ ਹੈ, ਪਰਮਾਤਮਾ ਦੀ ਬਣਾਈ ਕੁਦਰਤ ਦੇ ਅੰਦਰੋਂ ਕੁਝ ਖੋਜ ਲਈਏ, ਉਹਦਾ ਪਾਰਾਵਾਰ ਲੱਭ ਲਈਏ, ਉਹਦੀ ਕੁਦਰਤ ਨੂੰ ਜਾਣ ਲਈਏ। ਪਰ ਸਾਧ ਸੰਗਤ ਇਹ ਇੰਨੀ ਵਿਸਮਾਦ ਭਰੀ ਹੈ, ਬੰਦਾ ਜਿੱਥੋਂ ਤੱਕ ਪਹੁੰਚਦਾ ਹੈ ਅਗਲੇ ਛਿਨ ਉਹਦੇ ਵਿੱਚ ਕੁਝ ਨਈ ਤਬਦੀਲੀ ਨਜ਼ਰ ਆ ਜਾਂਦੀ ਹੈ, ਫਿਰ ਨਵੀਂ ਖੋਜ ਨੂੰ ਜਨਮ ਦੇਣਾ ਪੈਂਦਾ ਹੈ। ਉਹ ਖੋਜ ਫਿਰ ਜਦੋਂ ਸਿਰੇ ਤੱਕ ਪਹੁੰਚਦੀ ਹੈ ਉਹਦੇ ਵਿੱਚ ਇੱਕ ਨਵੀਂ ਖੋਜ ਜਨਮ ਲੈ ਲੈਂਦੀ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅੰਤ ਨਾ ਕੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਪਰ ਇਹ ਮੇਰੇ ਸਤਿਗੁਰੂ ਕਿੰਨੇ ਵਿਲਕ ਰਹੇ ਨੇ, ਲੱਭਣ ਦੇ ਲਈ ਅੰਤ ਤਰਲੇ ਲੈ ਰਹੇ ਨੇ, ਪਰ ਦਾਤਾਰ ਪਿਤਾ ਤੇਰੀ ਕੁਦਰਤ ਦਾ ਕੋਈ ਅੰਤ ਨਹੀਂ, ਕੋਈ ਹੱਦ ਬੰਨਾ ਨਹੀਂ। ਅੰਤਾਂ ਕੇ ਅੰਤ ਨਾ ਪਾਏ ਜਾਹੇ, ਉਸ ਕਰਤੇ ਦੇ ਅੰਤ ਨੂੰ ਪਾਇਆ ਨਹੀਂ ਜਾ ਸਕਦਾ। ਇਹ ਅੰਤ ਨਾ ਜਾਣੇ ਕੋਈ। ਸਾਹਿਬ ਕਹਿੰਦੇ ਨੇ ਇਸ ਅੰਤ ਨੂੰ ਕੋਈ ਵੀ ਨਹੀਂ ਜਾਣ ਸਕਦਾ। ਬਹੁਤਾ ਕਹੀਏ ਬਹੁਤਾ ਹੋਏ, ਜੇ ਉਹਨੂੰ ਆਖਾਂਗੇ ਉਹ ਇੰਨਾ ਵੱਡਾ ਹੈ, ਤੇ ਸਤਿਗੁਰੂ ਜੀ ਕਹਿੰਦੇ ਨੇ ਅਗਲੇ ਛਣ ਉਸ ਤੋਂ ਵੀ ਵੱਡਾ ਨਜ਼ਰ ਆਉਂਦਾ ਹੈ। ਉਹਨੂੰ ਜਿੱਡਾ ਵੱਡਾ ਆਖਦੇ ਆ ਉਹ ਉਵੇਂ ਉਵੇਂ ਹੋਰ ਵੱਡਾ ਪ੍ਰਤੀਤ ਆਉਂਦਾ ਹੈ। ਸਾਧ ਸੰਗਤ ਤੁਸੀਂ ਜਿਵੇਂ ਜਿਵੇਂ ਕੁਦਰਤ ਦੀਆਂ ਇਹਨਾਂ ਪਸਾਰਿਆਂ ਨਾਲ ਜੁੜਦੇ ਹੋ ਤੁਹਾਨੂੰ ਸਮਝ ਆਏਗੀ। ਅਸੀਂ ਉਹਨੂੰ ਜਿੰਨਾ ਸਮਝਨੇ ਆ ਉਹ ਤੇ ਬਹੁਤ ਵੱਡਾ ਹੈ, ਉਹ ਤੇ ਬਹੁਤ। ਅਸੀਂ ਤੇ ਸਾਧ ਸੰਗਤ ਗੁਰਬਾਣੀ ਦੇ ਅੰਦਰੋਂ ਅਜੇ ਤੱਕ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਇਸ ਪੜ੍ਹ ਨਹੀਂ ਪਾਏ, ਸਮਝ ਨਹੀਂ ਪਾਏ। ਇੰਨਾ ਪਸਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਬੰਦਾ ਜਦੋਂ ਪੜ੍ਹਦਾ ਹੈ ਤੇ ਵਿਸਮਾਦ ਵਿੱਚ ਚਲਾ ਜਾਂਦਾ ਹੈ। ਸਤਿਗੁਰੂ ਤੇਰੀ ਬਣਾਈ ਕੁਦਰਤ ਐਸੀ ਹੈ, ਇੰਨੀ ਬੇਅੰਤਤਾਈ। ਗੁਰੂ ਅਰਜਨ ਸਾਹਿਬ ਇਸੇ ਕਰਕੇ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ ਜੀ ਬਹੁਤਾ ਕਹੀਏ ਬਹੁਤਾ ਹੋਏ। ਸਤਿਗੁਰੂ ਜਿੰਨਾ ਵੱਡਾ ਆਖਣੇ ਆ ਮੇਰੇ ਮਾਲਕ ਜੀ ਤੇਰੀ ਕੁਦਰਤ ਉਸ ਤੋਂ ਵੀ ਵੱਡੀ ਵਿਸਮਾਦ ਦੇ ਰੂਪ ਵਿੱਚ ਸਾਡੇ ਸਾਹਮਣੇ ਫਿਰ ਆ ਜਾਂਦੀ ਹੈ। ਉਹ ਉਸ ਤੋਂ ਵੀ ਵੱਡਾ ਪ੍ਰਤੀਤ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਬੰਦਾ ਆਪਣੀ ਇੱਕ ਸੁਰਤ ਦੇ ਲੈਵਲ ਤੱਕ ਪਹੁੰਚਦਾ ਹੈ ਵੀ ਇੱਥੋਂ ਤੱਕ। ਫਿਰ ਜਦੋਂ ਉਹ ਸੁਰਤ ਉਦੋਂ ਉੱਚੀ ਹੁੰਦੀ ਹੈ ਉਹ ਲੈਵਲ ਉਸ ਤੋਂ ਵੀ ਵੱਧਦਾ ਜਾਂਦਾ ਹੈ। ਮੁਹੰਮਦ ਇਕਬਾਲ ਇਸੇ ਕਰਕੇ ਬਚਨ ਕਹਿੰਦੇ ਨੇ, ਕਹਿੰਦੇ ਦੁਨੀਆ ਦੇ ਲੋਕ ਜਦੋਂ ਦੁਨਿਆਵੀ ਗਿਆਨ ਨਾਲ ਜੁੜਦੇ ਨੇ, ਉਹਨਾਂ ਜੇ ਸਿਰਫ ਦੁਨਿਆਵੀ ਗਿਆਨ ਦੀ ਗੱਲ ਕੀਤੀ ਹੈ, ਅਧਿਆਤਮਿਕ ਗਿਆਨ ਤੇ ਸਾਧ ਸੰਗਤ ਪਾਰਲੇ ਪਾਸੇ ਦੀਆਂ ਗੱਲਾਂ ਨੇ। ਉਹ ਬੜੀ ਉੱਚੀ ਸੁਰਤ ਵਾਲੇ ਨੂੰ ਦਾਤਾਂ ਮਿਲਦੀਆਂ ਨੇ। ਮੁਹੰਮਦ ਇਕਬਾਲ ਕਹਿੰਦਾ ਦੁਨੀਆ ਦੇ ਲੋਕ 4 ਅੱਖਰ ਪੜ੍ਹਦੇ ਨੇ, ਉਹ ਆਪਣੇ ਗਿਆਨ ਦੀ ਤੂਤੀ ਸੰਸਾਰ ਵਿੱਚ ਵਜਾਉਂਦੇ ਨੇ। ਉਹ ਕਹਿੰਦੇ ਨੇ ਸਾਡੇ ਵਰਗਾ ਗਿਆਨਵਾਨ ਕੋਈ ਨਹੀਂ, ਪਰ ਉਹ ਕਹਿੰਦੇ ਨੇ ਹਮ ਜਾਣਤੇ ਥੇ ਇਲਮ ਸੇ ਕੁਝ ਜਾਣेंगे, ਮਗਰ ਜਾਨਾ ਤੋ ਇਹ ਜਾਨਾ ਕਿ ਜਾਨਾ ਕੁਛ ਵੀ ਨਹੀਂ ਪਾਈ। ਮੈਂ ਜਿਵੇਂ ਜਿਵੇਂ ਇਲਮ ਦੇ ਅੰਦਰ ਇਸ ਗਿਆਨ ਦੇ ਅੰਦਰ ਗਿਆ ਮੈਨੂੰ ਸਮਝ ਆ ਗਈ ਇਲਮ ਜਿਹੜਾ ਹੈ ਉਹ ਬੜੀ ਡੂੰਘੀ ਸ਼ੈ ਹੈ। ਮੈਂ ਜਿਵੇਂ ਜਿਵੇਂ ਇਲਮ ਨੂੰ ਜਾਣਨ ਦਾ ਯਤਨ ਕੀਤਾ ਸਮਝ ਆਈ ਕਿ ਮੁਹੰਮਦ ਇਕਬਾਲ ਤੂੰ ਤੇ ਅਜੇ ਇੱਕ ਅੱਖਰ ਵੀ ਨਹੀਂ ਜਾਣਿਆ। ਅਜੇ ਇਸ ਜੀਵਨ ਦੇ ਅੰਦਰ ਜਾਣਨਾ ਤੇ ਬੜੀ ਦੂਰ ਦੀ ਗੱਲ ਹੈ, ਤੂੰ ਤੇ ਅਜੇ ਇਸ ਅਸੀਮ ਖਜ਼ਾਨੇ ਦੇ ਅੰਦਰ ਇੱਕ ਅੱਖਰ ਨੂੰ ਵੀ ਬਿਆਨ ਨਹੀਂ ਕਰ ਪਾਇਆ। ਤਾਂ ਹੀ ਸਤਿਗੁਰੂ ਜੀ ਇੱਥੇ ਕਹਿ ਰਹੇ ਨੇ ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਂ। ਉਹ ਦਾਤਾ ਵੱਡਾ ਹੈ। ਪਾਤਸ਼ਾਹ ਜੀ ਕਹਿੰਦੇ ਨੇ ਬੇਅੰਤ ਵੱਡਾ ਹੈ, ਉੱਚਾ ਥਾਂ, ਉਹਦੀ ਥਾਂ ਟਿਕਾਣਾ ਵੀ ਬੜਾ ਉੱਚਾ ਹੈ। ਭਾਵ ਉਹ ਉੱਚੀ ਸੁਰਤ ਦੇ ਅੰਦਰ ਹੀ ਨਿਵਾਸ ਕਰਦਾ ਹੈ। ਸਾਧ ਸੰਗਤ ਉੱਚਾ ਥਾਂ ਦਾ ਮਤਲਬ ਇਹ ਨਹੀਂ ਵੀ ਉਹ ਕਿਸੇ ਉੱਚੀ ਥਾਂ ਤੇ ਹੁਣ ਕਿਸੇ ਪਹਾੜਾਂ ਵਿੱਚ ਨਾ ਰੱਬ ਨੂੰ ਲੱਭਣ ਚਲੇ ਜਾਣ।
ਵੀ ਉਹ ਕਿਸੇ ਉੱਚੀ ਥਾਂ ਤੇ ਨਿਵਾਸ ਕਰਦਾ ਹੈ। ਉੱਚੀ ਥਾਂ ਦਾ ਮਤਲਬ ਹੈ ਕਿ ਉਹ ਉੱਚੀ ਆਤਮਿਕ ਅਵਸਥਾ ਦੇ ਵਿੱਚ ਟਿਕਦਾ ਹੈ। ਸਮਝ ਉਸੇ ਨੂੰ ਆਂਦੀ ਜਿੰਦੀ ਆਤਮਿਕ ਅਵਸਥਾ ਉੱਚੀ ਹੋ ਜਾਂਦੀ ਏ। ਉੱਚੇ ਉੱਪਰ ਉੱਚਾ ਨਾਉ, ਉਹ ਬੇਅੰਤ ਉੱਚਾ ਹੈ। ਤੇ ਸਤਿਗੁਰ ਕਹਿੰਦੇ ਉਹਦਾ ਨਾਮ ਉਸ ਤੋਂ ਵੀ ਉੱਚਾ ਹੈ, ਭਾਵ ਉਹਦੀ ਹੋਂਦ ਉਸ ਤੋਂ ਵੀ ਉੱਚੀ ਹੈ। ਉਹਦਾ ਨਾਮ ਬੇਅੰਤ ਹੈ। ਏਵਡ ਉੱਚਾ ਹੋਵੇ ਕੋਈ, ਜੇ ਕੋਈ ਸਤਿਗੁਰ ਕਹਿੰਦੇ ਨੇ ਏਡਾ ਵੱਡਾ ਉੱਚਾ ਹੋ ਜਾਏ, ਭਾਵ ਜੇ ਕੋਈ ਇੰਨੀ ਸਮਰੱਥਾ ਵਾਲਾ ਹੋ ਜਾਏ, ਤਿਸ ਉੱਚੇ ਕੋ ਜਾਣੈ ਸੋਏ, ਫਿਰ ਉਸ ਕਰਤੇ ਪਰਮਾਤਮਾ ਨੂੰ ਜਾਣ ਸਕਦਾ ਹੈ। ਉਹਦੀ ਕੁਦਰਤ ਦੇ ਇਸ ਬੇਅੰਤਤਾਈ ਦੇ ਵਿੱਚੋਂ ਇਹਨਾਂ ਗੁਣਾਂ ਨੂੰ ਜਾਣ ਸਕਦਾ ਹੈ। ਜੇ ਵਡਿਆਪ ਜਾਣੇ ਆਪ ਆਪ, ਸਾਹਿਬ ਕਹਿੰਦੇ ਨੇ ਜਿੱਡਾ ਵੱਡਾ ਆਪ ਹੈ ਉਹ ਆਪਣੀ ਕੁਦਰਤ ਦੇ ਪਸਾਰੇ ਨੂੰ ਆਪ ਜਾਣਦਾ ਹੈ। ਨਾਨਕ ਨਦਰੀ ਕਰਮੀ ਦਾ, ਤੇ ਨਾਨਕ ਜੀ ਉਹਦੀ ਨਦਰ ਦੇ ਵਿੱਚ ਰਿਹਾ ਹੀ ਉਹਦੀ ਬਖਸ਼ਿਸ਼ ਨੂੰ ਮਾਣਿਆ ਜਾ ਸਕਦਾ ਹੈ। ਜਿਹੜੇ ਉਹਦੀ ਨਦਰ ਵਿੱਚ ਆ ਜਾਂਦੇ ਨੇ, ਖਸਮੈ ਨਦਰੀ ਕੀੜਾ ਆਵੇ ਜੇਤੇ ਚੁਗੇ ਦਾਣੇ। ਸਤਿਗੁਰ ਕਹਿੰਦੇ ਨੇ ਇੱਕ ਦਾਣੇ ਚੁਗਣ ਵਾਲਾ ਕੀੜਾ ਵੀ ਜੇ ਖਸਮ ਦੀ ਨਦਰ ਵਿੱਚ ਆ ਜਾਏ, ਉਹ ਵੀ ਵਡਿਆਈ ਦਾ ਪਾਤਰ ਬਣ ਜਾਂਦਾ ਹੈ। ਇਸ ਕਰਕੇ ਬਾਬਾ ਨਾਨਕ ਜੀ ਕਹਿੰਦੇ, ਨਾਨਕ ਜੀ ਉਹਦੀ ਨਦਰ ਦੇ ਵਿੱਚੋਂ ਹੀ ਉਹਦੀ ਬਖਸ਼ਿਸ਼ ਦੀ ਦਾਤ ਮਿਲਦੀ ਹੈ। ਉਹਦੀ ਨਦਰ ਦੇ ਵਿੱਚ ਰਹੀਏ। ਨਦਰ ਵਿੱਚ ਰਹਿਣ ਦਾ ਮਤਲਬ ਹੈ ਉਹਦੇ ਗੁਣਾਂ ਦੇ ਅਨੁਸਾਰ ਆਪਣਾ ਜੀਵਨ ਜਿਉਵੀਏ। ਇਹ ਨਾ ਸੋਚੀਓ ਕਿੰਨਾ ਬੇਅੰਤ ਹੈ, ਉਹਦੇ ਗੁਣਾਂ ਦਾ ਕੋਈ ਅੰਤ ਨਹੀਂ। ਉਹਦੇ ਗੁਣਾਂ ਨੂੰ ਜਿਹੜਾ ਗੁਣ ਮਿਲਦਾ ਹੈ, ਬਸ ਉਹਦੇ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰਦੇ ਜਾਈਏ, ਧਾਰਨ ਕਰਦੇ ਜਾਈਏ। ਜਿਹਨੂੰ ਸਾਹਿਬ ਕਹਿੰਦੇ ਨੇ ਆਵੋ ਭੈਣੇ ਗਲ ਮਿਲੈ, ਅੰਕ ਸਹੇਲੜੀਆਂ ਮਿਲ ਕੇ ਕਰੇ ਕਹਾਣੀਆਂ, ਸਮਰੱਥ ਕੰਤ ਕੀਆਂ ਸਾਚੇ ਸਾਹਿਬ ਸਭ ਗੁਣ ਅਵਗੁਣ ਸਭ ਅਸਾਂ। ਸਤਿਗੁਰ ਕਿਰਪਾ ਕਰਨ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਸ 24ਵੀਂ ਪੌੜੀ ਦੇ ਅੰਦਰ ਬਖਸ਼ਿਸ਼ ਕੀਤੇ ਇਸ ਪਾਵਨ ਉਪਦੇਸ਼ ਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ। ਹੋਈਆਂ ਗਲਤੀਆਂ ਸਾਧ ਸੰਗਤ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ,